विखे हस्पताल प्रशासन की लापरवाही आई सामने। सैंपल लैण वाले डॉक्टरां दी टीम आइसोलेशन रूम विच कीता बंद। तरनताਰਨ विखे सिविल हस्पताल विच प्रशासन की लापरवाही उस वेले आई सामने जद आइसोलेशन वार्ड विच कोरोना पीड़ित लोगों के सैंपल लैन गए दो डॉक्टर जो कि पीपीई किटा उतार के गए सन, जद वापस बाहर आ रहे सन उन्होंने दरवाजा बंद करके चार मुलाजमां वालों मौके ते सीनियर अधिकारी जिन्हां विच एसएमओ तरनताਰਨ ਅਤੇ एसडीएम तरनताਰਨ ਦੀ ਹਾਜ਼ਰੀ ਵਿੱਚ 40 ਮਿੰਟ ਤੱਕ ਦਰਵਾਜ਼ਾ ਬੰਦ ਕਰ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਨਾਲ ਰਹਿਣ ਲਈ ਮਜਬੂਰ ਕੀਤਾ। ਜਦ ਡਾਕਟਰਾਂ ਵੱਲੋਂ ਦਰਵਾਜ਼ਾ ਤੋੜਨ ਦੀ ਧਮਕੀ ਦਿੱਤੀ ਗਈ ਤਾਂ ਉਹਨਾਂ ਨੇ ਡਾਕਟਰਾਂ ਨੂੰ ਬਾਹਰ ਕੱਢਿਆ, ਜਿਸ ਦੇ ਚਲਦੇ ਸਮੂਹ ਡਾਕਟਰਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਵੱਈਏ ਖਿਲਾਫ ਰੋਸ ਪਾਇਆ ਗਿਆ। ਰੋਸ ਕਰਨ ਵਾਲੇ ਡਾਕਟਰਾਂ ਵੱਲੋਂ ਸਿਹਤ ਮੰਤਰੀ, ਮੁੱਖ ਮੰਤਰੀ ਸਮੇਤ ਜ਼ਿਲ੍ਹੇ ਦੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਖੁਦ ਨੂੰ ਇਕਾਂਤਵਾਸ ਕਰਨ ਦੀ ਗੱਲ ਵੀ ਕੀਤੀ ਤੇ ਕਿਹਾ ਕਿ ਹੁਣ ਉਹ ਕੋਰੋਨਾ ਮੈਡੀਕਲ ਜਾਂਚ ਨਹੀਂ ਕਰਨਗੇ। ਦਾ ਪੰਜਾਬ ਟੂਡੇ ਨਿਊਜ਼ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸੁਰਿੰਦਰ ਕੁਮਾਰ ਮੈਡੀਕਲ ਅਫਸਰ ਜੋ ਕਿ ਘਟਨਾ ਦੇ ਸ਼ਿਕਾਰ ਹੋਏ ਸਨ, ਉਹਨਾਂ ਨੇ ਕਿਹਾ ਕੀ ਨਾਮ ਹੈ? ਡਾਕਟਰ ਸਤਵਿੰਦਰ ਸਿੰਘ ਤੇ ਡਾਕਟਰ ਵਿਪਲ। ਹਾਂਜੀ, ਕੀ ਗੱਲ ਹੋਈ ਹੈ? ਕੱਲ ਨੂੰ ਕੋਈ 60 ਦੇ ਕਰੀਬ ਕੋਵਿਡ-19 ਪੇਸ਼ੈਂਟਸ ਦਾ ਸੈਂਪਲ ਲੈਣ ਗਏ ਸੀ ਆਈਸੋਲੇਸ਼ਨ ਵਾਰਡ ਦੇ ਵਿੱਚ ਤੇ ਥੋੜੀ ਦੇਰ ਬਾਅਦ ਜਦੋਂ ਅਸੀਂ ਸੈਂਪਲਿੰਗ ਕਰ ਲਈ ਕੋਈ 12:35 ਤੇ, ਉਸ ਤੋਂ ਬਾਅਦ ਸਾਡੇ 'ਚ ਇੱਕ ਡਾਕਟਰ ਸਾਹਿਬਾਨ ਜਿਹੜੇ ਡਾਕਟਰ ਸਰਵਜੀਤ ਸਿੰਘ ਉਹ ਪਹਿਲਾਂ ਆ ਗਏ, ਲੇਕਿਨ ਅਸੀਂ ਦੋ ਜਣੇ ਅੰਦਰ ਸੀਗੇ ਤੇ ਸਾਨੂੰ ਅੰਦਰ ਜ਼ਬਰਦਸਤੀ ਲੌਕ ਕਰ ਦਿੱਤਾ ਗਿਆ ਬਾਹਰੋਂ। ਸਾਨੂੰ ਕਿੰਨਾ ਨੇ ਕੀਤਾ? ਜਿਹੜੇ ਬਾਹਰ ਖੜੇ ਸਨ ਉਹਨਾਂ 'ਚੋਂ ਇੱਕ ਕਲਾਸ 4 ਸੀ ਸੁਖਦੇਵ ਸਿੰਘ, ਜਿਨ੍ਹਾਂ ਨੇ ਕਿਹਾ ਕਿ ਮੈਨੂੰ ਕਿਸੇ ਸਾਹਿਬ ਨੇ ਕਿਹਾ ਸੀ, ਹੁਣ ਮੈਂ ਜਾਣਦਾ ਨਹੀਂ ਵੀ ਸਾਹਿਬ ਉਹ ਕਿਹਨੂੰ ਕਹਿ ਰਿਹਾ, ਬਾਅਦ ਦੇ ਵਿੱਚ ਉਹ ਗੱਲ ਨੂੰ ਸਾਹਿਬ ਤੱਕ ਹੀ ਰੱਖ ਗਿਆ। ਤੇ ਸਾਡੇ ਸਿਵਲ ਸਰਜਨ ਸਾਹਿਬ, ਸਾਡੇ ਐਸਐਮਓ ਸਾਹਿਬ, ਸਾਡੇ ਐਸਐਮ ਤਰਨਤਾਰਨ ਸਾਰੇ ਉੱਥੇ ਖੜੇ ਸਨ। ਤੇ ਜਦੋਂ ਮੈਂ ਬਾਹਰ ਆਇਆ ਤੇ ਬਾਹਰ ਆ ਕੇ ਮੈਂ ਜਦੋਂ ਪੁੱਛਿਆ ਕਿ ਪੁਲਿਸ ਮੁਲਾਜ਼ਮ ਕਿੱਥੇ ਨੇ, ਕੀ ਡਿਊਟੀ ਸੀ ਉਹਨਾਂ ਦੀ, ਕਿਉਂਕਿ ਜਦੋਂ ਪੇਸ਼ੈਂਟ ਨੇ ਹੰਗਾਮਾ ਕੀਤਾ ਕਿ ਸਾਰੇ ਉਹਨਾਂ ਦੇ ਵੀ ਸੈਂਪਲ ਲਏ ਜਾਣ ਜਿਨ੍ਹਾਂ ਦੇ ਲਿਸਟ 'ਚ ਨਾਂ ਨਹੀਂ ਆ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅੱਜ ਜਾਂ ਕੱਲ੍ਹ 'ਚ ਹੋ ਸਕਦਾ ਉਹਨਾਂ ਦਾ ਲਿਸਟ 'ਚ ਨਾਮ ਆਵੇ ਤੇ ਉਹਨਾਂ ਦੀ ਸੈਂਪਲਿੰਗ ਹੋਏਗੀ, ਪਰ ਉਹ ਮੰਨੇ ਨਹੀਂ। ਤੇ ਉਹਨਾਂ ਨੇ ਜਦੋਂ ਹੰਗਾਮਾ ਕੀਤਾ ਸਾਡੀ ਸਾਰੀ ਟੀਮ ਜਿਹੜੀ ਪੈਰਾਮੈਡੀਕਲਸ ਦੀ ਸੀ, ਕਲਾਸ 4 ਦੀ ਸੀ, ਸਫਾਈ ਸੇਵਕ ਸੀ, ਉਹ ਆਪਣੀ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਗਏ ਉੱਥੋਂ। ਲੇਕਿਨ ਅਸੀਂ ਪੇਸ਼ੈਂਟ ਦੇ ਨਾਲ ਇੰਨੇ ਜ਼ਿਆਦਾ ਘਿਰੇ ਹੋਏ ਸੀ, ਅਸੀਂ ਨਹੀਂ ਭੱਜ ਸਕਦੇ ਸੀ ਔਰ ਨਾ ਹੀ ਅਸੀਂ ਰੂਲ ਨੂੰ ਤੋੜਿਆ ਕਿ ਅਸੀਂ ਡੂਫਿੰਗ ਬਾਹਰ ਆ ਕੇ ਕਰ ਲਈਏ। ਤੇ ਡੂਫਿੰਗ ਅਸੀਂ ਕਿੱਥੇ ਕਰੀਏ, ਸਾਡਾ ਦਿਮਾਗ 'ਚ ਕਰਾ ਗਿਆ ਕਿ ਪੇਸ਼ੈਂਟ ਦੇ ਬਾਹਰ ਫਿਰਦੇ ਪਏ ਨੇ। ਡੂਫਿੰਗ ਦਾ ਮਤਲਬ ਹੈ ਅਸੀਂ ਉਹ ਜਿਹੜੀ ਪੀਪੀ ਕਿੱਟ ਪਾਈ ਹੁੰਦੀ ਆ ਉਹ ਇੱਕ ਪੋਟੈਂਸ਼ੀਅਲ ਡੇਂਜਰ ਹੁੰਦੀ ਹੈ ਆਮ ਸੋਸਾਇਟੀ ਵਾਸਤੇ। ਅਸੀਂ ਲੋਕ ਆਪਣੀ ਸੋਸਾਇਟੀ ਨੂੰ ਕਿੱਦਾਂ ਪਾਲਦੇ ਡੇਂਜਰ ਦੇ ਵਿੱਚ ਬਾਹਰ ਆ ਕੇ, ਜਦ ਜਿੱਥੇ ਕਿ ਲੋਕ ਆਮ ਹੀ ਖੜੇ ਸੀਗੇ ਤਮਾਸ਼ਾ ਵੇਖਣ ਵਾਸਤੇ ਸਾਨੂੰ। ਤੇ ਅਸੀਂ ਉਹ ਡੂਫਿੰਗ ਜਦੋਂ ਕੀਤੀ ਉਹਦੇ 46 ਮਿੰਟ ਤੱਕ ਸਾਨੂੰ ਅੰਦਰ ਰਹਿਣਾ ਪਿਆ ਕਿੱਟ ਧਾਰਨ ਦੇ ਬਾਵਜੂਦ ਕਿ ਸਾਨੂੰ ਬਾਹਰੋਂ ਲੌਕ ਕੀਤਾ ਹੋਇਆ ਸੀਗਾ, ਅਸੀਂ ਬਾਹਰ ਨਿਕਲ ਨਹੀਂ ਸੀ ਸਕਦੇ। ਤੇ ਜਦੋਂ ਅਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹਨੂੰ ਵੀ ਕਹਿੰਦੇ ਸੀਗੇ ਰਿਕੁਐਸਟ ਕਰਦੇ ਸੀ ਉਹ ਨਹੀਂ ਸੀ ਖੋਲ੍ਹਦਾ। ਆਫਟਰ 46 ਮਿੰਟ ਮੈਂ ਇੰਨਾ ਜ਼ਿਆਦਾ ਅਗਰੈਸਿਵ ਹੋ ਗਿਆ ਸੀ ਆਪਣੇ ਆਪ, ਮੈਂ ਇਹ ਸੋਚਿਆ ਕਿ ਹੁਣ ਸਾਨੂੰ ਇਹ ਜਿਸ ਤਰ੍ਹਾਂ ਤਾੜ ਦਿੱਤਾ ਗਿਆ, ਮੈਨੂੰ ਕੋਈ ਵੀ ਐਕਸ਼ਨ ਜਿਹੜਾ ਆ ਉਹ ਲੈਣਾ ਚਾਹੀਦਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਜਿਹੜਾ ਤੁਹਾਡਾ ਦਰਵਾਜ਼ਾ ਨਜ਼ਰ ਆ ਰਿਹਾ ਕਲਾਸ 4 ਨੂੰ ਕਿਹਾ ਇਹ ਮੈਂ ਇੱਕ ਲੱਤ ਦੇ ਨਾਲ ਤੋੜ ਦੇਣਾ, ਸ਼ੀਸ਼ਾ ਵੀ ਤੋੜ ਦੇਣਾ, ਮੈਂ ਦਰਵਾਜ਼ਾ 2 ਮਿੰਟ ਦੇ ਵਿੱਚ ਤੋੜ ਦੇਣਾ ਜੇ ਤੁਸੀਂ ਨਹੀਂ ਖੋਲ੍ਹਿਆ। ਤੇ ਉਹਨੇ ਕਲਾਸ 4 ਨੇ ਦਰਵਾਜ਼ਾ ਖੋਲ੍ਹ ਦਿੱਤਾ ਮੇਰਾ ਗੈਸਚਰ ਦੇਖ ਕੇ। ਲੇਕਿਨ ਬਾਹਰ ਆ ਕੇ ਜਦੋਂ ਮੈਂ ਬੋਲਿਆ ਕਿ ਇਹ ਪੁਲਿਸ ਮੁਲਾਜ਼ਮ ਕਿੱਥੇ ਨੇ ਤੇ ਉਹਨਾਂ ਦੀ ਡਿਊਟੀ ਕੀ ਆ, ਤੇ ਪੁਲਿਸ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਬੋਲਦੇ ਦੇਖ ਕੇ ਉੱਥੇ ਇੱਕ ਐਸਡੀਐਮ ਸਾਹਿਬ ਸੀਗੇ, ਮੈਨੂੰ ਨਹੀਂ ਸੀ ਪਤਾ, ਤੇ ਉਹ ਮੈਨੂੰ ਕਿਹਾ ਕਿ ਤੂੰ ਚੁੱਪ ਰਹਿ, ਹੌਲੀ ਬੋਲ, ਸ਼ਾਂਤ ਰਹਿ। ਤੇ ਉਹਦੇ ਜਿਹੜਾ ਬੋਡੀਗਾਰਡ ਹੈਗਾ, ਬੋਡੀਗਾਰਡ ਨੇ ਮੈਨੂੰ ਦਿਖਾ ਕੇ ਅੱਖਾਂ ਕਿਹਾ ਵੀ ਸ਼ਾਂਤ ਰਹੋ। ਐਸਡੀਐਮ ਸਾਹਿਬ ਨੇ ਤੇ ਤੂੰ ਇਹ ਹੈਗਾ ਕੀ ਹੈ, ਕੌਣ ਹੈ ਇਹ? ਤੇ ਮੈਂ ਕਿਹਾ ਮੈਂ ਮੈਡੀਕਲ ਅਫਸਰ ਹਾਂ, ਐਜ਼ ਏ ਮੈਡੀਕਲ ਅਫਸਰ ਗੱਲ ਕਰ ਰਿਹਾ। ਤੇ ਮੈਨੂੰ ਕਿਹਾ ਕਿ ਹੈ ਤੇ ਮੈਡੀਕਲ ਅਫਸਰ ਹੀ ਹੈ ਨਾ। ਤੇ ਮੈਨੂੰ ਬਹੁਤ ਬੁਰਾ ਲੱਗਾ ਇਸ ਗੱਲ ਦਾ। ਤੇ ਉਸ ਤੋਂ ਬਾਅਦ ਕਿਸੇ ਵੀ ਆਫੀਸ਼ੀਅਲ ਨੇ ਅੱਗੇ ਹੋ ਕੇ ਮੈਨੂੰ ਇਹ ਨਹੀਂ ਕਿਹਾ ਕਿ ਡਾਕਟਰ ਕੀ ਗੱਲ ਹੋਈ ਸੀ, ਕਿਉਂ? ਤੇ ਕਿਉਂਕਿ ਉਹ ਪਹਿਲਾਂ ਹੀ ਮੇਰਾ ਤਮਾਸ਼ਾ ਵੇਖ ਰਹੇ ਸੀ, ਉਹਨਾਂ ਨੇ ਮੈਨੂੰ ਆ ਕੇ ਕੀ ਪੁੱਛਣਾ ਸੀਗਾ। ਅੱਜ ਵੀ ਸਵੇਰ ਤੱਕ ਮੈਂ ਵੇਟ ਕਰਦਾ ਰਿਹਾ ਵੀ ਕੋਈ ਤੇ ਮੈਨੂੰ ਕਵੇ ਵੀ ਡਾਕਟਰ ਸਾਹਿਬ ਤੁਹਾਡੇ ਨਾਲ ਇੱਕ ਘਟਨਾ ਹੋਈ ਹੈ, ਮਾੜੀ ਘਟਨਾ ਹੋਈ ਆ। ਈਵਨ ਮੈਂ ਆਪਣੇ ਕਲੀਗ ਨੂੰ ਜਦੋਂ ਇਹ ਸਾਰਾ ਕੁਝ ਦੱਸਿਆ ਤੇ ਉਹ ਮੇਰੇ ਨਾਲ ਤੁਰੇ। ਤੇ ਲੇਕਿਨ ਹੋਰ ਕੋਈ ਵੀ ਜਿਹੜਾ ਮੇਰਾ ਹਾਇਰ ਆਫੀਸਰ ਹੈ ਉਹਨਾਂ ਨੇ ਜਾ ਕੇ ਜਦੋਂ ਅਸੀਂ ਦੱਸਿਆ ਉਦੋਂ ਉਹਨਾਂ ਨੇ ਕਿਹਾ ਵੀ ਹਾਂ ਇਹ ਗਲਤ ਹੈ ਗੱਲ ਹੈ, ਅਸੀਂ ਇਨਕੁਆਇਰੀ ਕਰਦੇ ਹਾਂ। ਇਨਕੁਆਇਰੀ ਮੈਂ ਕੀ ਕਰਾਉਣੀ ਹੈ ਕਿਸੇ ਕੋਲੋਂ, ਜਦੋਂ ਕਿ ਮੈਂ ਜਾਣਦਾ
ਇਹ ਡਾਕਟਰਾਂ ਦੇ ਉੱਤੇ ਇੱਕ ਤਰ੍ਹਾਂ ਦਾ ਸਿੱਧਾ ਵਾਰ ਹੈ। ਕੋਵਿਡ-19 ਦਾ ਹਥਿਆਰ ਬਣਾ ਕੇ ਡਾਕਟਰਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਦੋਂ ਅਸੀਂ ਆਪਣੀਆਂ ਸਪੈਸ਼ਲਟੀਆਂ ਤੋਂ ਅਲੱਗਾ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ, ਕਿਉਂਕਿ ਮੇਰੇ ਦੇਸ਼ ਨੂੰ, ਮੇਰੇ ਸੰਵਿਧਾਨ ਨੂੰ ਇਹਦੀ ਲੋੜ ਹੈ, ਤੇ ਇਹਨਾਂ ਲੋਕਾਂ ਨੇ ਸਾਨੂੰ ਉੱਥੇ ਉਸ ਐਨਵਾਇਰਨਮੈਂਟ ਦੇ ਵਿੱਚ ਇਸ ਤਰ੍ਹਾਂ ਸਾਨੂੰ ਐਕਸਪੋਜ਼ ਕੀਤਾ ਕਿ ਜਿੱਥੇ ਇਹ ਆਪ ਲੋਕ ਸੋਚ ਨਹੀਂ ਸਕਦੇ ਜਾਣ ਦੀ। ਤੇ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ ਤੁਹਾਡੇ ਤੇ ਮਤਲਬ ਕਿ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤਮਾਸ਼ਾ ਦੇਖਿਆ ਜੀ? ਕਲਾਸ 4 ਦੇ ਇੱਕ ਦਾ ਹੀ ਆਰਡਰ ਫਾਲੋ ਕਰਦਾ, ਬਾਕੀ ਜਿਹੜੇ ਮੈਂ ਤੇ ਉਹਨਾਂ ਤੋਂ ਇਹ ਐਕਸਪੈਕਟ ਕਰਦਾ ਕਿ ਮੇਰੇ ਸ਼ਹਿਰ ਦੇ, ਮੇਰੇ ਡਿਸਟ੍ਰਿਕਟ ਦੇ, ਮੇਰੇ ਤਰਨਤਾਰਨ ਦੇ ਐਸਐਮ ਖੜਾ ਹੋਵੇ ਤੇ ਮੇਰਾ ਐਸਐਮਓ ਖੜਾ ਹੋਵੇ ਤੇ ਮੇਰੇ ਸਿਵਲ ਸਰਜਨ ਖੜੇ ਹੋਣ ਤੇ ਲਾਣਤ ਮੇਰੇ ਤੇ ਕਿ ਮੇਰਾ ਸੰਵਿਧਾਨ ਇਸ ਕਾਬਲ ਨਹੀਂ ਹੈਗਾ ਕਿ ਮੈਨੂੰ ਉਹ ਪ੍ਰੋਟੈਕਟ ਕਰ ਦੇਣ, ਦਰਵਾਜ਼ਾ ਖਿਲਾ ਕੇ ਮੈਨੂੰ ਬਾਹਰ ਕੱਢ ਦੇਣ ਤੇ ਮੈਂ ਆਪਣੀ ਜ਼ੋਰ ਨਾਲ ਬਾਹਰ ਆਵਾਂ ਕਿ ਮੈਂ ਦਰਵਾਜ਼ਾ ਤੋੜ ਦਿਆਂਗਾ ਟਰਾਂਸਪੋਰਟ ਨੂੰ ਧਮਕੀ ਦੇ ਕੇ। ਤੁਹਾਡਾ ਅਗਲਾ ਸਟੈਪ ਕੀ ਤੁਹਾਡਾ? ਅਸੀਂ ਸੈਂਪਲਿੰਗ ਬਿਲਕੁਲ ਨਹੀਂ ਕਰਾਂਗੇ। ਅਸੀਂ ਆਪਣੀ ਸਪੈਸ਼ਲਿਟੀ ਦੇ ਅਗੇਂਸਟ ਜਾ ਕੇ ਸਾਰੇ ਕੰਮ ਆਪਣੇ ਦੇਸ਼ ਵਾਸਤੇ ਕਰਦੇ ਔਰ ਸਾਡੇ ਦੇਸ਼ ਵਾਸੀ ਦੇਖ ਲੈਣ ਕਿ ਸਾਡੇ ਨਾਲ ਕੀ ਬਿਹੇਵੀਅਰ ਹੋ ਰਿਹਾ ਹੈ। ਤੇ ਕੀ ਜੇਕਰ ਤੁਹਾਡੀ ਮੰਗ ਨਹੀਂ ਸੁਣੀ ਜਾਂਦੀ ਤੇ ਕੀ ਸਟੈਪ ਹੋਣਾ ਤੋਂ? ਅਸੀਂ ਆਪਣੇ ਸਾਰੇ ਪ੍ਰਧਾਨ ਮੰਤਰੀ, ਹੋਮ ਮਿਨਿਸਟਰ, ਚੀਫ ਮਿਨਿਸਟਰ, ਹੈਲਥ ਮਿਨਿਸਟਰ ਪੰਜਾਬ, ਹੈਲਥ ਸੈਕਟਰੀ, ਸਾਡੇ ਡੀਸੀ ਤਰਨਤਾਰਨ, ਇਹਨਾਂ ਸਾਰਿਆਂ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਨੂੰ ਨੱਥ ਪਾਈ ਜਾਵੇ। ਇਹ ਐਡਮਿਨਿਸਟ੍ਰੇਟਿਵ ਫੇਲਰ ਹੈ, ਰੋਜ਼ ਦਾ ਇਹ ਕੰਮ ਹੈ। ਇਸ ਤੋਂ ਪਹਿਲਾਂ ਵੀ ਅਸੀਂ ਇੱਕ ਵਾਰੀ ਇਹ ਫੇਸ ਕਰ ਚੁੱਕੇ ਹਾਂ, ਲੇਕਿਨ ਇਹ ਅੱਤ ਜਿਹੜੀ ਕੱਲ੍ਹ ਦੀ ਘਟਨਾ ਹੈ ਅੱਤ ਹੈ, ਜਿੱਥੇ ਸਾਨੂੰ 46 ਮਿੰਟ ਉਹਨਾਂ ਮਰੀਜ਼ਾਂ ਵਿੱਚ ਰੱਖਿਆ ਗਿਆ ਤੇ ਸਾਨੂੰ ਹੁਣ ਕੁਆਰੰਟਾਈਨ ਦੇ ਵਿੱਚ ਬਾਈ ਲਾਅ ਜਾਣਾ ਪਏਗਾ। ਆਪਣੀ ਡਾਕਟਰ ਫੋਰਸ ਨੂੰ, ਆਪਣੀ ਮੈਨ ਫੋਰਸ ਨੂੰ ਘਟਾਉਣ ਦਾ ਇੱਕ ਆਪਣੇ ਵੱਲੋਂ ਇਹ ਆਪਣੇ ਪੈਰਾਂ 'ਤੇ ਆਪ ਮਾਰਿਆ ਗਿਆ ਕੁਹਾੜਾ ਹੈ ਤੇ ਅਸੀਂ ਆਪਣੇ ਬੱਚੇ 'ਚ ਵੀ ਜਾਣਾ, ਲੇਕਿਨ ਸਾਨੂੰ ਜਾਣ ਬੁੱਝ ਕੇ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਤੇ ਅਸੀਂ ਕਿਸ ਤਰ੍ਹਾਂ ਇਹ ਸਿਚੁਏਸ਼ਨ ਤੋਂ ਬਾਹਰ ਕੱਢਾਂਗੇ ਕੰਟਰੀ ਨੂੰ, ਜਦੋਂ ਵੀ ਇਹ ਜਾਣਦੇ ਆ ਕਿ ਜਿਹੜੇ ਡਾਕਟਰਸ ਨੇ ਇਹ ਕੋਵਿਡ-19 ਦੇ ਨਾਲ ਡਾਕਟਰਸ, ਪੈਰਾਮੈਡੀਕਲ ਜਿਹੜੇ ਕਲਾਸ 4, 5 ਸੇਵਕ ਲੱਗੇ ਨੇ, ਇਹਨਾਂ ਨੇ ਹੀ ਲੜਨਾ ਹੈ ਤੇ ਇਹਨਾਂ ਨੂੰ ਪ੍ਰੋਟੈਕਟ ਕਰੀਏ। ਲੇਕਿਨ ਸਾਡੇ ਵਾਸਤੇ ਸਿਟੀਜ਼ਨ ਹੋਣ ਦੇ ਨਾਤੇ ਵੀ ਸਾਡੀ ਇੰਨੀ ਘੱਟ ਇੱਜ਼ਤ ਹੋ ਗਈ ਕਿ ਸਾਨੂੰ ਇਹ ਕਹਿਣਾ ਪਵੇ ਵੀ ਤੂੰ ਹੈ ਕੌਣ ਹੈ। ਹੁਣ ਤੁਹਾਡੇ ਨਾਲ ਹੋਰ ਡਾਕਟਰ ਕਿੰਨੇ ਕੁ ਜਿਹੜੇ ਸਾਰੇ ਡਾਕਟਰ, ਲੇਡੀ ਡਾਕਟਰ, ਸਾਰੇ ਡਾਕਟਰ ਇਕੱਠੇ ਆ ਅਸੀਂ ਤੇ ਅਸੀਂ ਪ੍ਰੋਸੀਡ ਕਰ ਰਹੇ ਹਾਂ। ਅਸੀਂ ਆਪਣੀ ਡਿਊਟੀ ਜਿਹੜੀ ਆ ਨਿਭਾ ਰਹੇ ਹਾਂ, ਪਰ ਹੁਣ ਸਾਨੂੰ 2 ਡਾਕਟਰਾਂ ਨੂੰ, ਡਾਕਟਰ ਵਿਪਲ ਨੂੰ ਤੇ ਡਾਕਟਰ ਸਤਵਿੰਦਰ ਸਿੰਘ ਨੂੰ ਕੁਆਰੰਟਾਈਨ ਤੇ ਜਾਣਾ ਪਏਗਾ। ਬਾਕੀ ਡਾਕਟਰ ਸਾਡੇ ਨਾਲ ਕੰਟੈਕਟ 'ਚ ਆ ਰਹੇ ਨੇ। ਜੋ ਵੀ ਬਾਈ ਲਾਅ ਜੋ ਬਣਦਾ ਉਹਨਾਂ ਨੂੰ ਵੀ ਉਸੇ ਹਿਸਾਬ ਦੇ ਨਾਲ ਟ੍ਰੀਟ ਕੀਤਾ ਜਾਏਗਾ ਕਿ ਉਹ ਕੁਆਰੰਟਾਈਨ ਤੇ ਜਾਣੇ ਚਾਹੀਦੇ ਕਿ ਨਹੀਂ ਜਾਣੇ ਚਾਹੀਦੇ। ਲੇਕਿਨ ਅਸੀਂ ਤਾਂ ਦੋਨੋਂ 100% ਐਕਸਪੋਜ਼ਰ ਹੋ ਗਿਆ ਤੇ ਸਾਨੂੰ ਬਾਈ ਲਾਅ ਜਾਣਾ ਪੈਂਦਾ। ਤੇ ਤੁਹਾਡੇ ਵੱਲੋਂ ਸੇਵਾਵਾਂ ਠੱਪ ਰਹਿਣਗੀਆਂ ਫਿਰ? ਅਸੀਂ ਐਮਰਜੈਂਸੀ ਸੇਵਾਵਾਂ ਨਹੀਂ ਠੱਪ ਕੀਤੀਆਂ। ਇਸ ਵੇਲੇ ਜਿਹੜਾ ਚੱਲ ਰਿਹਾ ਕੋਵਿਡ-19 ਦਾ ਐਰਾ ਬਹੁਤ ਹੀ ਭਿਆਨਕ ਹੈ, ਇਸ ਕਰਕੇ ਅਸੀਂ ਸਰਵਿਸ ਸਵੇਰੇ ਥੋੜ੍ਹੀ ਦੇਰ ਲਈ ਕੀਤੀਆਂ ਸੀ, ਲੇਕਿਨ ਅਸੀਂ ਕੰਪਲੀਟ ਨਹੀਂ ਕੀਤੀਆਂ। 10-15 ਮਿੰਟ ਬਾਅਦ ਸਾਡੇ ਕੋਲ ਪੇਸ਼ੈਂਟਾਂ ਦਾ ਹਾਲ ਨਹੀਂ ਦੇਖਿਆ ਗਿਆ। ਅਸੀਂ ਐਮਰਜੈਂਸੀ ਸੇਵਾਵਾਂ ਵੀ ਉੱਦਾਂ ਹੀ ਚੱਲਣ ਦਿੱਤੀਆਂ, OPD ਵੀ ਕੀਤੀ। ਲੇਕਿਨ ਜਿਹੜਾ ਕੁਆਰੰਟਾਈਨ ਪੀਰੀਅਡ ਆ ਉਹਦੇ ਦੌਰਾਨ ਜਿਹੜੇ ਡਾਕਟਰ ਨੇ ਇਹ ਤੇ ਫਿਰ ਆਊਟ ਆਫ ਸਰਵਿਸ ਰਹਿਣਗੇ, ਉਨੀ ਦੇਰ ਸਰਵਿਸ ਨਹੀਂ ਦੇਣਗੇ। ਤੇ ਬਾਕੀ ਜਿਹੜੀ ਘਰੋਂ ਰੈਫਰ ਵੀ ਕੋਈ ਆਪਣੇ ਹਸਪੀਟਲ ਨੂੰ, ਆਪਣੇ ਹੈਲਥ ਨੂੰ, ਡਿਪਾਰਟਮੈਂਟ ਨੂੰ ਜਿਹੜੀ ਵੀ ਕੋਈ ਸੇਵਾ ਦੇ ਸਕਦੇ ਆ ਉਹ ਅਸੀਂ ਕੋਸ਼ਿਸ਼ ਕਰਾਂਗੇ। ਪਰ ਮੇਰੇ ਸਾਰੇ ਜਿੰਨੇ ਵੀ ਹਾਇਰ ਆਫੀਸ਼ਲਸ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਪਲੀਜ਼ ਡਾਕਟਰਾਂ ਦੇ ਨਾਲ ਇੱਕ ਅੱਛਾ ਸਿਟੀਜ਼ਨ ਵਾਲਾ ਬਿਹੇਵੀਅਰ ਕੀਤਾ ਜਾਵੇ। ਇਹ ਬਹੁਤ ਹੀ ਮਾੜਾ ਬਿਹੇਵੀਅਰ ਆ ਜਿਹੜਾ ਸਾਡੇ ਨਾਲ ਤਰਨਤਾਰਨ ਵਿੱਚ ਹੋਇਆ। ਪੱਟੀ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ ਦਾ ਪੰਜਾਬ ਟੂਡੇ ਪੱਟੀ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।